ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਆਲ ਇਨ ਵਨ ਕਲਾਸਿਸ ਚੈਨਲ ਤੇ। ਅੱਜ ਆਪਾਂ ਥਰਡ ਲੈਕਚਰ 'ਚ ਗੱਲ ਕਰਨ ਜਾ ਰਹੇ ਹਾਂ ਮੋਡਲਸ ਆਫ ਰੀਡਿੰਗ। ਮੈਂ ਤੁਹਾਨੂੰ ਦੱਸਿਆ ਸੀ ਕਿ ਕਮਿਊਨੀਕੇਸ਼ਨ ਕੀ ਆ। ਬੇਸਿਕ ਆਪਾਂ ਇਹ ਬੁੱਕ ਸ਼ੁਰੂ ਕਰ ਰਹੇ ਹਾਂ ਕਮਿਊਨੀਕੇਸ਼ਨ ਸਕਿੱਲ, ਜਿਹੜੀ BSc BCA BCom ਸਾਰਿਆਂ ਨੂੰ ਲੱਗਦੀ ਆ। ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਸੀ ਕਮਿਊਨੀਕੇਸ਼ਨ ਕੀ ਆ। ਇੱਕ ਇੰਟਰੈਕਟਿਵ ਪ੍ਰੋਸੈਸ ਹੈ, ਇੰਟਰੈਕਸ਼ਨ ਕਰਨ ਦਾ ਤਰੀਕਾ ਹੈ। ਠੀਕ ਹੈ, ਅਸੀਂ ਕਮਿਊਨੀਕੇਟ ਕਰਦੇ ਹਾਂ ਇੱਕ ਦੂਜੇ ਨਾਲ, ਚਾਹੇ ਉਹ ਰੀਡਿੰਗ ਦੀ ਫਾਰਮ 'ਚ ਹੋਵੇ, ਗੱਲਬਾਤ ਦੀ ਫਾਰਮ 'ਚ ਹੋਵੇ, ਲਿਖਣ ਦੀ ਫਾਰਮ 'ਚ ਹੋਵੇ, ਬਹੁਤ ਸਾਰੀਆਂ ਫਾਰਮਸ ਆ। ਸੋ ਅੱਜ ਆਪਾਂ ਗੱਲ ਕਰਾਂਗੇ ਮੋਡਲਸ ਆਫ ਰੀਡਿੰਗ। ਜੋ ਅਸੀਂ ਪਿੱਛੇ ਪੜ੍ਹਿਆ ਸੀ ਉਹ ਇਹ ਸੀ ਕਿ ਰੀਡਿੰਗ ਇੱਕ ਕਮਿਊਨੀਕੇਸ਼ਨ ਪ੍ਰੋਸੈਸ ਆ। ਕੁਆਂਟੀਟੀ ਐਂਡ ਕੁਆਲਿਟੀ ਆਫ ਰੀਡਿੰਗ ਇਜ਼ ਐਸੈਂਸ਼ੀਅਲ ਫॉर ਇਫੈਕਟਿਵ ਰੀਡਿੰਗ। ਤੇ ਰੀਡਿੰਗ ਜਿਹੜੀ ਆ ਉਹ ਉਦੋਂ ਹੀ ਇਫੈਕਟਿਵ ਹੋਏਗੀ, ਉਦੋਂ ਹੀ ਉਹ ਜਿਹੜਾ ਉਹਦਾ ਸਿੱਟਾ ਨਿਕਲੇਗਾ ਜਦੋਂ ਅਗਲੇ ਬੰਦੇ ਨੂੰ, ਜਿਹੜਾ ਬੰਦੇ ਨੂੰ ਅਸੀਂ ਦੇ ਰਹੇ ਹਾਂ, ਜੋ ਰਿਸੀਵਰ ਹੈ, ਉਹਨੂੰ ਉਹ ਚੀਜ਼ ਦੀ ਸਮਝ ਆਈ ਹੋਏਗੀ। ਠੀਕ ਹੈ, ਉਹਨੂੰ ਜੋ ਅਸੀਂ ਲਿਖਿਆ ਉਹ ਇੱਕ ਲੈਂਗੁਏਜ ਅੰਡਰਸਟੈਂਡ ਹੋਣੀ ਬਹੁਤ ਇੰਪੋਰਟੈਂਟ ਆ। ਦੂਸਰਾ, ਜੋ ਅਸੀਂ ਮੈਸੇਜ ਕਨਵੇ ਕਰਨਾ ਚਾਹ ਰਹੇ ਹਾਂ ਉਹ ਬੜਾ ਇੰਪੋਰਟੈਂਟ ਹੈ। ਮੈਸੇਜ ਕਨਵੇ ਉਦੋਂ ਹੀ ਹੋਏਗਾ ਜਦੋਂ ਉਸ ਅਗਲੇ ਬੰਦੇ ਨੂੰ ਸਾਡੀ ਲੈਂਗੁਏਜ ਸਮਝ ਆਏਗੀ। ਠੀਕ ਹੈ, ਸੋ ਲੈਂਗੁਏਜ ਇਜ਼ ਵੈਰੀ ਲਿੰਗੁਇਸਟਿਕ ਸਕਿੱਲ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਬਹੁਤ ਇੰਪੋਰਟੈਂਟ ਆ ਇਹਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਨੌਲੇਜ ਆਫ ਲੈਂਗੁਏਜ, ਬੇਸਿਕ ਜੋ ਗੱਲ ਹੋਗੀ ਅਸੈਂਸ਼ੀਅਲ ਆ। ਕੰਪਰੀਹੈਂਸ਼ਨ ਮੀਨਸ ਆਈਡੈਂਟੀਫਾਈਂਗ ਥੀਮ ਮਤਲਬ ਕਿ ਸੈਂਟਰਲ ਆਈਡੀਆ ਜਿਹਨੂੰ ਆਪਾਂ ਕਹਿ ਰਹੇ ਕਿ ਸਾਰ ਭਾਵ। ਅਗਰ ਮੈਂ ਪੰਜਾਬੀ ਦੀ ਗੱਲ ਕਰਾਂ, ਸਾਰ ਭਾਵ ਕਿ ਮੇਨ ਉਸ ਚੀਜ਼ ਦਾ ਮੋਟਾ ਨਤੀਜਾ ਕੀ ਨਿਕਲਿਆ। ਠੀਕ ਹੈ, ਜਿਹੜੀ ਵੀ ਅਸੀਂ ਚੀਜ਼ ਪੜ੍ਹੀ ਉਹਦੇ ਵਿੱਚੋਂ ਸਾਨੂੰ ਪੜ੍ਹਨ ਨੂੰ, ਸਿੱਖਣ ਨੂੰ ਕੀ ਮਿਲਿਆ। ਠੀਕ ਹੈ, ਹੁਣ ਆਪਾਂ ਗੱਲ ਕਰ ਰਹੇ ਹਾਂ ਮੋਡਲਸ ਆਫ ਰੀਡਿੰਗ। ਠੀਕ ਹੈ, ਸੋ ਜਿਵੇਂ 3 R's ਹੁੰਦੇ ਆ ਸਾਡੇ ਕੋਲ, ਰੀਸਾਈਕਲ ਹੈ ਨਾ, ਉਹ ਵਾਲੇ, ਉਸੇ ਤਰ੍ਹਾਂ ਜਿਹੜੀ ਰੀਡਿੰਗ ਹੈ ਇਹਦੇ 'ਚ ਵੀ ਮੋਡਲਸ ਆਫ ਰੀਡਿੰਗ ਆ। ਇਸ ਮੋਡਲਸ ਦਾ ਵੀ ਕੁਝ ਜਿਹੜਾ ਹੁੰਦਾ ਆ ਇਹ ਪਰਪਸ ਹੁੰਦਾ ਹੈ। ਠੀਕ ਹੈ, ਸੋ ਫਰਸਟ ਮੋਡਲ, ਸਾਡੇ ਕੋਲ 2 ਤਰ੍ਹਾਂ ਦੇ ਮੋਡਲ ਆਉਂਦੇ ਆ। ਠੀਕ ਹੈ, ਇਹਦੇ ਵਿੱਚੋਂ ਫਰਸਟ ਮੋਡਲ ਹੈਗਾ ਸਾਡੇ ਕੋਲ PSQ 5R। ਠੀਕ ਹੈ, ਐਂਡ ਨੈਕਸਟ ਮੋਡਲ ਜੋ ਸਾਡੇ ਕੋਲ ਹੋਏਗਾ ਦੈਟ ਇਜ਼ SQ 3R। ਆਈ ਹੋਪ ਤੁਹਾਨੂੰ ਇਹ ਦਿਖ ਰਿਹਾ ਹੋਊਗਾ ਧਿਆਨ ਨਾਲ। ਠੀਕ ਹੈ, SQ 3R। ਠੀਕ ਹੈ, ਸੋ ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਕਿ ਇੱਥੋਂ ਤੱਕ ਕੋਈ ਵੀ ਡਾਊਟ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ। ਠੀਕ ਹੈ, ਆਈ ਵਿਲ ਡੈਫੀਨੇਟਲੀ ਟਰਾਈ ਟੂ ਸੋਲਵ ਇਟ। ਓਕੇ, ਸੋ ਮੋਡਲਸ ਆਫ ਰੀਡਿੰਗ ਦੀ ਅਗਰ ਮੈਂ ਗੱਲ ਕਰਾਂ, ਫਸਟ ਆ ਗਿਆ ਸਾਡੇ ਕੋਲ PSQ 5R। ਹੁਣ ਇਹਦਾ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਲਿਖਣਾ ਕੀ ਆ, ਲਿਖਣ ਦਾ ਪੈਟਰਨ ਕੀ ਹੋਣਾ ਚਾਹੀਦਾ ਹੈ। ਠੀਕ ਹੈ, ਕਿਉਂਕਿ ਬਹੁਤ ਸਾਰੇ ਬੱਚੇ ਪੰਜਾਬ ਬੋਰਡ 'ਚੋਂ ਗਏ ਹੁੰਦੇ ਆ ਨਾ, ਉਹਨਾਂ ਨੂੰ ਲਿਖਣ ਦਾ ਪੈਟਰਨ ਨਹੀਂ ਪਤਾ। ਸੋ ਇਸ ਚੀਜ਼ ਨੂੰ ਲਿਖਣ ਦਾ ਅਗਰ ਤੁਹਾਨੂੰ ਆ ਜਾਏ ਕਿ ਡਿਫਾਈਨ ਜਾਂ ਆਈਡੈਂਟੀਫਾਈ ਦ ਮੋਡਲਸ ਆਫ ਰੀਡਿੰਗ, ਤਾਂ ਤੁਸੀਂ ਪਹਿਲਾਂ ਮੋਡਲ ਆਫ ਰੀਡਿੰਗ ਦੱਸੋਗੇ ਕਿ ਦੇ ਆਰ 2 ਟਾਈਪਸ ਆਫ ਮੋਡਲਸ ਆਫ ਰੀਡਿੰਗ। ਉਹਨਾਂ ਨੂੰ ਤੁਸੀਂ ਜਿਵੇਂ ਅਸੀਂ ਉਹ ਟਰੀ ਬਣਾ ਕੇ ਕਰਦੇ ਹਾਂ PSQ 5R, ਕਿਉਂਕਿ ਜਦੋਂ ਅਸੀਂ ਡਾਇਗਰਾਮਸ ਦੇ ਵਿੱਚ ਡਾਇਗਰਾਮੈਟਿਕਲੀ ਇਹਨੂੰ ਸ਼ੋ ਕਰਦੇ ਹਾਂ ਤਾਂ ਇਹ ਗੁੱਡ ਇੰਪ੍ਰੈਸ਼ਨ ਪਾਉਂਦਾ ਹੈ ਜਿਹੜਾ ਸਾਡਾ ਚੈੱਕਰ ਹੁੰਦਾ। ਠੀਕ ਹੈ, ਜਿਹਨੇ ਸਾਡਾ ਪੇਪਰ ਚੈੱਕ ਕਰਨਾ ਹੁੰਦਾ। ਸੋ ਅਸੀਂ ਉਸੇ ਤਰ੍ਹਾਂ 2 ਤਰ੍ਹਾਂ ਨੂੰ ਇਹਨੂੰ ਸ਼ੋ ਕਰਾਂਗੇ ਕਿ 2 ਤਰ੍ਹਾਂ ਦੇ ਹੁੰਦੇ, PSQ 5R ਜਾਂ SQ 3R। ਠੀਕ ਹੈ, ਉਸ ਤੋਂ ਬਾਅਦ ਅਗਰ ਆਪਾਂ ਪਹਿਲੇ ਵਾਲੇ ਨੂੰ ਆਈਡੈਂਟੀਫਾਈ ਕਰਨਾ ਹੈ ਤਾਂ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਲਿਖਣੀ ਹੈ ਇਹਦੇ ਬਾਰੇ। ਦ ਅਲਟੀਮੇਟ ਗੋਲ ਆਫ ਆਲ ਰੀਡਿੰਗ ਇਜ਼ ਟੂ ਗੇਨ ਨੌਲੇਜ। ਠੀਕ ਹੈ, ਅਸੀਂ ਪੜ੍ਹਦੇ ਕਿਉਂ ਆ? ਨੌਲੇਜ ਪਾਉਣ ਲਈ। ਸਾਨੂੰ ਨੌਲੇਜ ਚਾਹੀਦਾ ਹੈ, ਇਸ ਕਰਕੇ ਅਸੀਂ ਪੜ੍ਹ ਰਹੇ ਹਾਂ। ਠੀਕ ਹੈ, ਕੋਈ ਵੀ ਚੀਜ਼, ਕੋਈ ਵੀ ਬੰਦਾ ਅਗਰ ਕਿਸੇ ਚੀਜ਼ ਨੂੰ ਪੜ੍ਹ ਰਿਹਾ, ਅਸੀਂ ਅਖਬਾਰ ਪੜ੍ਹ ਰਹੇ ਹਾਂ ਤੇ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਪੜ੍ਹ ਰਹੇ ਹਾਂ ਨਾ। ਅਖਬਾਰ ਕੱਲ੍ਹ ਹੀ ਪੜ੍ਹਦੇ ਹਾਂ, ਦੀਨ ਦੁਨੀਆ ਦੀ ਖਬਰ ਮਿਲ ਜਾਏ ਤਾਂ ਪੜ੍ਹਦੇ ਹਾਂ। ਠੀਕ ਹੈ, ਅਸੀਂ ਬੁੱਕਸ ਕੱਲ੍ਹ ਹੀ ਪੜ੍ਹ ਰਹੇ ਹਾਂ, ਅਸੀਂ ਕੱਲ੍ਹ ਨੂੰ ਐਗਜ਼ਾਮ ਦੇਣਾ ਅਸੀਂ ਤਾਂ ਪੜ੍ਹ ਰਹੇ ਹਾਂ। ਸੋ ਐਵਰੀਥਿੰਗ, ਕੋਈ ਵੀ ਚੀਜ਼ ਪੜ੍ਹਨ ਲਈ ਉਹਦਾ ਇੱਕ ਪਰਪਸ ਹੁੰਦਾ। ਠੀਕ ਹੈ, ਹੁਣ ਅਗਰ ਮੈਂ ਗੱਲ ਕਰਾਂ ਕਿ ਇਹਦਾ ਹੈ ਕੀ, ਇਹਦਾ ਮਤਲਬ ਫੁੱਲ ਫਾਰਮ ਕੀ ਆ, ਤਾਂ P ਸਟੈਂਡਸ ਫॉर ਪਰਪਸ, S ਸਟੈਂਡ ਫॉर ਸਰਵੇ, Q ਸਟੈਂਡਸ ਫॉर ਕੁਐਸਚਨਸ ਐਂਡ 5R ਕਿਹੜੇ ਨੇ ਸਾਡੇ ਕੋਲ? ਰੀਡਿੰਗ ਸਿਲੈਕਟਿਵਲੀ, ਰੀਸਾਈਟਿੰਗ, ਰਿਡਿਊਸਿੰਗ, ਰਿਫਲੈਕਟਿੰਗ ਐਂਡ ਰਿਵਿਊਇੰਗ। ਹੁਣ ਮੈਂ ਤੁਹਾਨੂੰ ਸਮਝਾਉਂਦੀ ਹਾਂ ਕਿ ਕੀ ਆ। ਸੋ ਇਹਨਾਂ ਨੂੰ ਯਾਦ ਰੱਖਣਾ। ਠੀਕ ਹੈ, P ਮਤਲਬ ਪਰਪਸ ਮਤਲਬ ਕਿ ਉਹ ਬੰਦਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਵੀ ਬੰਦਾ ਕਿਸੇ ਵੀ ਚੀਜ਼ ਨੂੰ ਪੜ੍ਹਦਾ ਉਹਦੇ ਪਿੱਛੇ ਉਹਦਾ ਕੋਈ ਮਤਲਬ ਪਰਪਸ ਹੁੰਦਾ। ਠੀਕ ਹੈ, ਪਰਪਸ ਜਿਹੜਾ ਹੈ ਸਾਨੂੰ ਕੰਸੈਂਟਰੇਸ਼ਨ ਪ੍ਰੋਵਾਈਡ ਕਰਨ ਦੀ ਹੈਲਪ ਕਰਦਾ ਹੈ। ਪਰਪਸ ਹੈਲਪ ਅਸ ਟੂ ਗਿਵ ਕੰਸੈਂਟਰੇਸ਼ਨ। ਹੁਣ ਸਪੋਜ਼ ਕਰੋ ਕਿ ਮੈਂ, ਕੋਈ ਵੀ ਬੰਦਾ ਹੈ, ਜਿਵੇਂ ਮੰਨ ਲਓ ਇਹ ਤੁਹਾਡੀ ਬੁੱਕ ਹੈ ਹੀ ਨਹੀਂ, ਬਟ ਤੁਸੀਂ ਵੈਸੇ ਹੀ ਖੋਲ ਕੇ ਇਹਨੂੰ ਦੇਖ ਰਹੇ ਹੋ, ਤੁਹਾਡਾ ਕੋਈ ਪਰਪਸ ਨਹੀਂ ਹੈ ਇਹਨੂੰ ਪੜ੍ਹਨ ਦਾ। ਠੀਕ ਹੈ, ਫਿਰ ਤੁਸੀਂ ਉਹਨੇ ਇਫੈਕਟਿਵਲੀ ਪੜ੍ਹੋਗੇ ਨਹੀਂ, ਬਿਕਾਜ਼ ਯੂ ਡੋਂਟ ਹੈਵ ਐਨੀ ਪਰਪਸ। ਠੀਕ ਹੈ, ਤੁਹਾਡਾ ਕੋਈ ਪਰਪਸ ਨਹੀਂ ਹੈ ਉਸ ਚੀਜ਼ ਨੂੰ ਰੀਡ ਕਰਨ ਦਾ। ਸੋ ਯੂ ਰੀਡ ਇਟ ਵੈਰੀ ਕਿ ਅਨਕੌਂਸ਼ੀਅਸਲੀ ਤੁਸੀਂ ਇਹਨੂੰ ਰੀਡ ਕਰੋਗੇ। ਦੈਟ ਮੀਨਸ ਕਿ ਯੂ ਡੋਂਟ ਹੈਵ ਐਨੀ ਪਰਪਸ, ਪਰ ਤੁਸੀਂ ਵੈਸੇ ਹੀ ਪੜ੍ਹ ਰਹੇ ਹੋ। ਪਰਪਸ ਹੋਣਾ ਬੜਾ ਜ਼ਰੂਰੀ ਆ। ਠੀਕ ਹੈ, ਕਿਉਂਕਿ ਪਰਪਸ ਬੰਦੇ ਨੂੰ 2 ਚੀਜ਼ਾਂ ਕਲੀਅਰ ਕਰਾਉਂਦਾ। 2 ਚੀਜ਼ਾਂ ਬੰਦੇ ਨੂੰ ਕਲੀਅਰ ਹੋਣੀਆਂ ਚਾਹੀਦੀਆਂ ਕਿ ਉਹ ਕਿਉਂ ਪੜ੍ਹ ਰਿਹਾ ਤੇ ਰਾਈਟਰ what the writer wants to convey, मतलब why he is reading it। जो भी चीज़ वो पढ़ रहा है बंदा पढ़ क्यों रहा है। ठीक है, दूसरी गल
हाँ जे पहली गल पता लग जाएगी तो दूसरी आपे समझ लगन लग पे बिकॉज वी नो सानू कुछ नॉलेज होएगी उस चीज टॉपिक बारे ठीक है देयर शुड बी परफेक्ट ट्यूनिंग बिटवीन द दो थिंग्स दे विच बड़ी परफेक्ट ट्यूनिंग मतलब कि नाल नाल इन्हां नू समझ आने चाहिए ओनली देन द रीडिंग सर्व एज अ स्पेशल पर्पस ठीक है उस तो बाद हुण जो भी इहदे विच लिखिआ है नहीं एज इट इज तुसीं रट्टा लाना इस चीज़ नू तुसीं इस चीज़ नू समझ लो अगे तुहाडी अपनी समझ है जो तुहानू समझ आउंदी आ तुसीं उस पेपर दे विच लिख दो नेक्स्ट आ गया साडे को सर्वे बिफोर स्ट्रेट अवे स्टार्टिंग टू रीड अ टेक्स्ट द रीडर मस्ट गेन अ मॉडिंग मतलब ओवरव्यू लेना बहुत जरूरी आ किसी भी टेक्स्ट ਨੂੰ ਪੜਨ ਤੋਂ ਪਹਿਲਾਂ ਠੀਕ ਹੈ ਕਿਸੇ ਵੀ ਟੈਕਸਟ ਨੂੰ ਪੜਨ ਤੋਂ ਪਹਿਲਾਂ ਉਹਨੂੰ ਇਦਾਂ ਜਸਟ ਰੀਡ ਕਰੋ ਠੀਕ ਹੈ ਉਹਦੀ ਫਰਸਟ ਲਾਈਨ ਪੜੋ ਉਹਦੀ ਲਾਸਟ ਲਾਈਨ ਪੜੋ ਅੱਗੇ ਜਾ ਕੇ ਪਤਾ ਲੱਗੇਗਾ ਕਿ ਅਸੀਂ ਕਿਸੇ ਵੀ ਟੈਕਸਟ ਨੂੰ ਜੋ ਅਸੀਂ ਜਿੱਤੋਂ ਫੈਮਿਲੀਅਰ ਨਹੀਂ ਆ ਅਸੀਂ ਉਹਨੂੰ ਕਿੱਦਾਂ ਪੜਨਾ ਠੀਕ ਹੈ ਦ ਰੀਡਰ ਫਸਟ ਆਫ ਆਲ ਸ਼ੁਡ ਥਰੋ ਅ ਕਰਸਰੀ ਗਲੈਂਸ ਐਟ ਦ ਲੇਆਊਟ ਆਫ ਦ ਬੁੱਕ ਜਿਵੇਂ ਪੁਆਇੰਟਸ ਟੂ ਰਿਮੈਂਬਰ ਕਿਸੇ ਵੀ ਬੁੱਕ 'ਚ ਅਗਰ ਇਹ ਦਿੱਤੇ ਆ ਤਾਂ ਪਹਿਲਾਂ ਇਹਨਾਂ ਨੂੰ ਪੜੋ ਇਹਨਾਂ ਤੋਂ ਸਟਾਰਟ ਕਰੋ ਵੀ ਕੀ ਹੈਗਾ ਆ ਇਹਦੇ ਵਿੱਚ ਫਿਰ ਤੁਹਾਨੂੰ ਉਸ ਚੀਜ਼ ਬਾਰੇ ਜਿਵੇਂ ਅਸੀਂ ਪੈਸੇਜ ਸਟਾਰਟ ਕਰਦੇ ਅੱਗੇ ਜਾ ਕੇ ਇਹ ਵੀ ਆਏਗਾ ਵੀ ਅਸੀਂ ਪੈਸੇਜ ਨੂੰ ਕਿੱਦਾਂ ਸੋਲਵ ਕਰਨਾ ਸੋ ਜਿਵੇਂ ਇਸ ਪੈਸੇਜ ਨੂੰ ਸੋਲਵ ਕਰਦੇ ਹਾਂ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੇਪਰਾਂ 'ਚ ਕਰਦੇ ਹੀ ਆਏ ਹਾਂ ਸੋ ਪੈਸੇਜ ਨੂੰ ਜਦੋਂ ਵੀ ਅਸੀਂ ਸੋਲਵ ਕਰਦੇ ਹਾਂ ਅਸੀਂ ਪਹਿਲਾਂ ਕੁਐਸਚਨਸ ਦੇਖਦੇ ਹਾਂ है ना वी जस्ट गो थ्रू ओवर द क्वेश्चंस फिर असीं उस चीज़ बारे चंगी तरह पढ़ पाने हैं ठीक है सो इस चीज़ का ओवरव्यू लेना बड़ा जरूरी है वी शुड गो थ्रू द प्रीफेस द कंटेंट द टाइटल सब टाइटल बुक का की आ ही शुड हैव अ क्विक ग्लांस एट द ओपनिंग एंड क्लोजिंग ऑफ ईच चैप्टर अगर पॉसिबल आ तो ओपनिंग क्लोजिंग ऑफ पैराग्राफ भी देखो ठीक है इंपॉर्टेंट चीज़ों मार्क करो कि की इंपॉर्टेंट उस तो बाद क्वेश्चन करो क्वेश्चन किनू करना अपने आप को कोई भी चीज़ पढ़ रहे हो ਉਹਦੇ ਨਾਲ ਕੁਐਸਚਨਿੰਗ ਦਾ ਮਤਲਬ ਕੀ ਹੁੰਦਾ ਕਿਉਰਿਓਸਿਟੀ ਵਧਾਉਂਦਾ ਹੈ ਅਨਲੈਸ ਦ ਰੀਡਰ ਪੋਸੈਸਸ ਕਿਉਰਿਓਸਿਟੀ ਹੀ ਕੈਨ ਟੇਕ ਫੁੱਲ ਇੰਟਰਸਟ ਇਨ ਦ ਟੈਕਸਟ ਦੂਸਰੀ ਗੱਲ ਹਮੇਸ਼ਾ ਜਦੋਂ ਪੜਨ ਲੱਗਣਾ ਤੁਸੀਂ ਇਹ ਸੋਚ ਕੇ ਪੜਨਾ ਕਿ ਕੱਲ ਨੂੰ ਮੈਂ ਇਹ ਚੀਜ਼ ਕਿਸੇ ਨੂੰ ਪੜਾਵਾਂਗਾ ਤੇ ਉਹ ਮੈਨੂੰ ਕਿਹੜੇ ਕੁਐਸਚਨ ਪੁੱਛ ਸਕਦਾ ਠੀਕ ਹੈ ਬਿਕਾਜ਼ ਜਦੋਂ ਅਸੀਂ ਕਿਸੇ ਲਈ ਪੜ੍ਹਦੇ ਆ ਨਾ ਜਿਵੇਂ ਸਪੋਜ਼ ਕਰੋ ਕਿ ਹੁਣ ਮੈਂ ਹੀ ਇਹ ਤੁਹਾਨੂੰ ਚੀਜ਼ ਸਮਝਾਉਣੀ ਆ ਤੁਸੀਂ ਕੱਲ ਨੂੰ ਮੈਨੂੰ ਕਮੈਂਟਸ ਪੁੱਛਣੀ ਆ ਸੋ ਮੈਂ ਇਸ ਚੀਜ਼ ਨੂੰ ਬੜੀ ਬਰੀਫਲੀ ਗਈ ਹੋਊਂਗੀ ਵੀ ਕੋਈ ਅਗਰ ਮੈਨੂੰ ਕੋਈ ਕੁਐਸਚਨ ਪੁੱਛੇ ਦੈਨ ਆਈ ਸ਼ੁਡ ਬੀ ਆਨਸਰੇਬਲ ਟੂ ਇਟ ਠੀਕ ਹੈ ਤੁਸੀਂ ਇਸ ਚੀਜ਼ ਨਾਲ ਪੜਨਾ ਇਸ ਤਰੀਕੇ ਨਾਲ ਪੜਨਾ ਇੱਕ ਤਾਂ ਆਪਣੇ ਤੁਹਾਡਾ ਫਾਇਦਾ ਹੋਏਗਾ ਕਿਉਂਕਿ ਯੂ ਸ਼ੁਡ ਨੋ ਐਵਰੀਥਿੰਗ ਅਬਾਊਟ ਅਗਰ ਤੁਸੀਂ ਕਿਸ ਚੀਜ਼ ਨੂੰ ਪੜਨ ਲੱਗ ਹੀ ਗਏ ਹੋ ਤਾਂ ਇਹਨੂੰ ਇਸੇ ਤਰ੍ਹਾਂ ਇਸ ਤਰ੍ਹਾਂ ਪੀਣਾ ਕਿ ਤੁਹਾਡਾ ਕੋਈ ਤੁਹਾਡੇ ਤੇ ਕੁਐਸਚਨ ਪੁੱਟ ਆਫ ਕਰਨ ਵਾਲਾ ਨਹੀਂ ਹੋਊਗਾ ਵੀ ਤੁਹਾਨੂੰ ਇਹ ਚੀਜ਼ ਤਾਂ ਆਉਂਦੀ ਨਹੀਂ ਤੁਹਾਨੂੰ ਇਹ ਚੀਜ਼ ਦਾ ਮਤਲਬ ਤਾਂ ਪਤਾ ਹੀ ਨਹੀਂ ਸੋ ਅਸੀਂ ਹਮੇਸ਼ਾ ਇਸ ਚੀਜ਼ ਨਾਲ ਪੜਨਾ ਹੈ ਠੀਕ ਹੈ ਸੋ ਕੁਐਸਚਨਿੰਗ ਮੀਨਸ curiosity and unless the reader possesses curiosity he cannot take full interest in the text. As the reader goes through the book, he must keep asking himself such questions that what is the theme or the message of a writer? What is his mode of conveying it? Mode of conveying मतलब कि वो किस चीज़ नाल साडे ते कन्वे कर रहे ਉਹ ਕਿਸੇ ਵੀ ਪੋਇਮ ਦੀ ਫਾਰਮ 'ਚ ਹੋ ਸਕਦੀ ਹੁਣ ਪੋਇਮ ਦੀਆਂ ਵੀ ਬਹੁਤ ਸਾਰੀਆਂ ਫਾਰਮਸ ਹੁੰਦੀਆਂ ਨਾ ਤੁਹਾਨੂੰ ਪਤਾ ਉਸੇ ਤਰ੍ਹਾਂ ਇਹ ਕਿਸੇ ਕੋਈ ਟੇਲ ਹੈ ਜਾਂ ਫਿਰ ਕਿਸੇ ਦੀ ਕਹਾਣੀ ਉਹ ਆਪਣੇ ਜ਼ਰੀਏ ਸੁਣਾ ਰਿਹਾ ਜਾਂ ਆਪਣੀ ਕਹਾਣੀ ਕਿਸੇ ਦੇ ਸਿਰ ਪੈ ਕੇ ਉਹ ਸੁਣਾ ਰਿਹਾ ਮਤਲਬ ਐਵਰੀਥਿੰਗ ਹੀ ਸਾਨੂੰ ਕਲੀਅਰ ਹੋਊਗਾ ਹੌਲੀ ਹੌਲੀ ਜਦੋਂ ਅਸੀਂ ਪੜਾਂਗੇ ਠੀਕ ਹੈ ਉਹ ਕਿਹੜਾ ਸਟਾਈਲ ਉਹਨੇ ਯੂਜ਼ ਕੀਤਾ ਠੀਕ ਹੈ ਅਗਰ ਉਹ ਬਾਇਸਡ ਤਾਂ ਨਹੀਂ ਆ ਜਾਂ ਫਿਰ ਉਹ ਇੱਕ ਬੰਨੇ ਵੱਲ ਡਿਸਕ੍ਰਿਮਿਨ ਬਾਇਸਡ ਮਤਲਬ ਕਿ ਜੋ ਇੱਕ ਪਕਸ਼ ਦੀ ਗੱਲ ਕਰਦਾ ਠੀਕ ਹੈ ਜੋ ਨਿਰਪਕਸ਼ ਨਹੀਂ ਹੁੰਦਾ ਨਿਰਪਕਸ਼ ਮੀਨਸ ਕਿ ਉਹਨੇ ਇੱਕ ਪੱਖ ਦੀ ਹੀ ਗੱਲ ਕਰਨੀ ਹੈ ਜੋ ਉਹਨੂੰ ਸਹੀ ਲੱਗਦਾ ਜੋ ਉਹਦਾ ਪਰਸਪੈਕਟਿਵ ਹੈ ਉਸ ਚੀਜ਼ ਦੇ ਅੱਗੇ ਠੀਕ ਹੈ ਆਪਾਂ ਇਹ ਨਹੀਂ ਕਿ ਹਮੇਸ਼ਾ ਕਿਸੇ ਵੀ ਚੀਜ਼ ਨੂੰ ਬੁੱਕ ਨੂੰ ਪੜਿਆ ਤਾਂ ਉਹਨੂੰ ਸੱਚ ਮੰਨ ਲੈਣਾ ਨਹੀਂ ਤੁਹਾਡਾ ਆਪਣਾ ਦਿਮਾਗ ਵੀ ਕੰਮ ਕਰਨਾ ਚਾਹੀਦਾ ਠੀਕ ਹੈ ਸੋ ਅਗਰ 5R ਦੀ ਗੱਲ ਕਰੀਏ ਦੈਟ ਇਜ਼ ਰੀਡਿੰਗ ਸਿਲੈਕਟਿਵਲੀ ਅ ਡਿਸਕ੍ਰਿਮੀਨੇਟਿੰਗ ਰੀਡਰ ਡਸ ਨਾਟ ਰੀਡ ਦ ਹੋਲ ਟੈਕਸਟ ਹੀ ਇਜ਼ ਇੰਟੈਲੀਜੈਂਟ ਇਨਫ ਟੂ ਜੱਜ what things in the write-up are important and relevant and which are important and unimportant and irrelevant ਜਦੋਂ ਅਸੀਂ ਪੜ੍ਹਦੇ ਜਾਂਦੇ ਹਾਂ ਨਾ ਫਿਰ ਸਾਨੂੰ ਸਮਝ ਆ ਜਾਂਦੀ ਹੈ ਜਦੋਂ ਬਹੁਤ ਸਾਰੀਆਂ ਬੁੱਕਸ ਪੜ੍ਹ ਲੈਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਚੀਜ਼ ਸਾਡੇ ਪੜ੍ਹਨਯੋਗ ਹੈਗੀ ਆ ਇਹ ਨਹੀਂ ਪੜ੍ਹਨਯੋਗ ਹੈਗੀ ਠੀਕ ਹੈ ਰੀਸਾਈਟਿੰਗ ਮੀਨਸ ਰੀਡਿੰਗ ਅਲਾउड मतलब कि ਉੱਚੀ ਉੱਚੀ ਪੜ੍ਹਨਾ ਯਾਦ ਕਰਨ ਲਈ ਪੜ੍ਹਨਾ ਰੀਸਾਈਟਿੰਗ is a very useful tool for the reader when a reader reads silently his mind often tends to wander here and there but when he reads aloud his senses get fully involved he acquires concentration a full focus on the text thus he can understand things better and can retain them for a longer time हाँ हमेशा कईयां नूं आदत हुंदी आ उच्ची पढ़न दी मैनूं देख लो मैनूं बहुत ज़्यादा आदत आ उच्ची पढ़न दी मैं बहुत उच्ची बोलदी हाँ सो उच्ची बोलण नाल एक तां की हुंदा कि सानूं याद होना साडा दिमाग खुल जांदा है जिहड़ा इधर उधर भजदा है ना फिर इधर उधर नहीं भजदा दिमाग क्योंकि वो बंदा उच्ची उच्ची बोल रहा हुंदा तो सारे सेंसिस खुल जांदे आ भी हाँ वो बंदा कोई चीज़ बोल रहा है ठीक है सो देन इज रिड्यूसिंग एंड रिकॉर्डिंग एज द रीडर रीड ही शुड कीप ऑन जोटिंग डाउन द मेन पॉइंट्स
ਜੋਟਿੰਗ ਮਤਲਬ ਕਿ ਉਹ ਕਲੈਕਟ ਕਰੇ, ਕਿਤੇ ਲਿਖੀ ਜਾਵੇ, ਠੀਕ ਹੈ। ਇਹਨਾਂ ਚੀਜ਼ਾਂ ਨੂੰ ਮੇਨ ਕਰਕੇ ਲਿਖੋ ਕਿ ਉਹਨੇ ਜੋਟ ਕਰਨੇ ਹੁੰਦੇ ਮੇਨ ਪੁਆਇੰਟਸ, ਮਤਲਬ ਕੁਝ ਮੇਨ ਪੁਆਇੰਟਸ ਦੇ ਵਿੱਚ ਕੀ ਨਿਕਲੇ, ਸਮਰੀ ਕੀ ਹੈ ਜਾਂ ਸਮਰਾਈਜ਼ ਕੀ ਆ, ਠੀਕ ਹੈ। ਯੂ ਸ਼ੁਡ ਕੀਪ ਇਟ ਇਨ ਮਾਈਂਡ ਫॉर द फ्यूचर ਰੈਫਰੈਂਸ ਕਿ ਕੋਈ ਵੀ ਲਾਗੇ, ਜਿਵੇਂ ਮੈਂ ਹੁਣ ਇਹਦੇ ਲਾਗੇ ਲਿਖਿਆ ਜੋਟ ਦ ਮੇਨ ਪੁਆਇੰਟਸ, ਠੀਕ ਹੈ। ਮਤਲਬ ਇਹ ਚੀਜ਼ ਇਹਨੂੰ ਕਰ ਰਹੀ ਹੈ ਰਿਜ਼ੋਲਵ, ਮਤਲਬ ਕਿ ਕੱਲ ਨੂੰ ਅਗਰ ਮੈਂ ਇਹ ਨਹੀਂ ਵੀ ਪੜ੍ਹਨਾ ਪੂਰਾ ਪੈਰਾ, ਆਇਲ बस मैंने यही पढ़ना आ गया जॉट मेन पॉइंट्स, तो मैंने समझ आएगी भी ये की करना है कि मेन पॉइंट्स ਨੂੰ ਇਕੱਠੇ ਕਰਨਾ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਆਪਣੀ ਬੁੱਕਸ ਤੇ ਲਿਖ ਸਕਦੇ ਹਾਂ, ਆਪਣੀ ਨੋਟਸ ਬਣਾ ਸਕਦੇ ਹਾਂ, ਤਾਂ ਕਿ ਕੱਲ ਨੂੰ ਸਾਨੂੰ ਸੌਖ ਹੋ ਜਾਂਦੀ ਹੈ ਇਸ ਚੀਜ਼ ਦੀ, ਠੀਕ ਹੈ। ਹੋਪ ਮੈਂ ਇੱਥੋਂ ਤੱਕ ਕਲੀਅਰ ਹੋਗਾ ਤੁਹਾਨੂੰ ਸਾਰਿਆਂ ਨੂੰ। ਨੈਕਸਟ ਇਜ਼ ਰਿਫਲੈਕਟਿੰਗ। ਵੈਨ ਅ ਰੀਡਰ ਹੈਜ਼ ਰੀਡ ਦ ਟੈਕਸਟ ਹੀ ਸ਼ੁਡ ਰਿਫਲੈਕਟ ਅਪਨ ਇਟ ਦ ਵੇ ਹੀ ਕੈਨ ਅਬਜ਼ੌਰਬ ਵੈਲ ਐਜ਼ ਦੈਟ ਹੀ ਹੈਜ਼ ਰੀਡ। मतलब कि उस बंदा ਇਹਦਾ मतलब है कि वो बंदा ਜਿਹੜਾ ਪੜ੍ਹ ਰਿਹਾ ਉਸ ਚੀਜ਼ ਨੂੰ, ਅਗਰ ਇਹਨੇ ਕਿਸੇ ਵੀ ਟੈਕਸਟ ਨੂੰ ਪੜ੍ਹ ਲਿਆ ਤਾਂ ਹੁਣ ਉਹ ਆਪਣੀ ਸਮਝ ਨਾਲ ਉਹਨੂੰ ਦੇਖੇ ਵੀ ਉਹਨੇ ਕਿੱਦਾਂ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ, ਠੀਕ ਹੈ। ਦੈਨ ਇਜ਼ ਰਿਵਿਊਇੰਗ। ਦ ਫਾਈਨਲ ਸਟੇਜ ਇਨ ਦ ਰੀਡਿੰਗ ਸਟ੍ਰੈਟਜੀ ਇਜ਼ ਟੂ ਰਿਵਿਊ ਆਲ ਦੈਟ ਦ ਰੀਡਰ ਹੈਜ਼ ਰੀਡ। ਦੈਟ ਮੀਨਸ ਹੀ ਸ਼ੁਡ ਰਿਪੀਟ ਆਲ ਦ ਸਟੈਪ, ਠੀਕ ਹੈ। ਹੁਣ ਜਿਵੇਂ ਮੈਂ ਪੜ੍ਹ ਲਿਆ, ਇਹਦਾ ਮਤਲਬ ਕਿ ਰੈਪੀਟੀਸ਼ਨ ਕਰਨੀ ਚਾਹੀਦੀ। ਜਿਵੇਂ ਹੁਣ ਮੈਂ ਇਹ ਚੀਜ਼ ਪੜ੍ਹ ਲਈ, ठीक है। ਹੁਣ मैं 5 बार तो मैं ਤੁਹਾਨੂੰ फिर दोबारा तो एंड पे जो समरी दूंगी मैं ਤੁਹਾਨੂੰ ਦੱਸੂਗੀ व्हाट इज PSQR। P मतलब पर्पस, S मतलब सर्वे, सर्वे मतलब कि एक दूजे ਨਾਲ करना, क्वेश्चंस मतलब अपने आप ਨੂੰ क्वेश्चनिंग पूछो। 5 बार ਦੀ मैं गल करा तो रीडिंग सिलेक्टिवली, रिसाइटिंग मतलब कि उच्ची उच्ची पढ़ो, रिड्यूसिंग मतलब कि जॉट डाउन द मेन पॉइंट्स, रिफ्लेक्टिंग मतलब अपने हिसाब ਨਾਲ पढ़ो, ਤੇ ਰੀਵਿਊਇੰग मतलब जो ਹੁਣੇ ਆਪਾਂ ਪਿੱਛੇ ਕਰਕੇ ਜੋ ਮੈਂ ਹੁਣੇ ਕੀਤਾ ਕਿ ਤੁਹਾਨੂੰ ਮੈਂ ਮੇਨ ਬਰੀਫਿੰਗ ਸਾਰੀ ਚੀਜ਼ ਦੀ ਦੁਬਾਰਾ ਤੋਂ ਦੇ ਦਿੱਤੀ। आई होप कि मैं ज़्यादा तेज ना बोली होवां, ना ही ज़्यादा तुहानूं समझ आ गई होवे। थैंक यू सो मच। इस तो बाद आप नैक्सट वीडियो च आप गल करांगे आ वाली सेकंड मॉडल दी। टिल देन बाय बाय एंड हैव ए नाइस डे। थैंक यू गाइस।